ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਰਾਗ ਆਸਾ ਮਹਿਲਾ ਚੌਥਾ। ਸੋ ਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ। ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਤੁਧ ਜੀ। ਹਰ ਸੱਚੇ ਸਿਰਜਣਹਾਰਾ। सब जी तुम्हारे जी तू जियां का दातारा। हर त्यावो संतो जी सब दुख विसारण हारा। हर आपे ठाकुर हर आपे सेवक जी। क्या नानक जंत विचारा। तू घट घट अंतर सरब निरंतर जी। हर एको पुरख समाना। एक दाते एक पेखारी जी। सब तेरे चोज विडाना। तू आपे दाता आपे भुगता जी। हों तुद बिन अबर ना जाना। तू पार ब्रह्म बेअंत जी। तेरे क्या गुण आख वखाना। जो सेवह तुद जी। जन नानक तिन कुर्बाना। हर त्यावह तुद जी। से जन जुग में सुखवासी। से मुक्त पै जिन हर त्याया जी। तिन टूटी जम की फांसी। जिन हर निरभौ त्याया जी। तिनका भौ सब गवासी। जिन सेव्या मेरा हर जी। ते हर हर रूप समासी। से धन जिन हर त्याया जी। जन नानक तिन बल जासी। तेरी भगत पंडार जी। परे बेअंता। तेरे भगत सलाहन तुध जी। हर अनक अनेक अनंता। तेरी अनक करें हर पूजा जी। तब तपह जपह बेअंता। तेरे अनेक पढ़े बहु सिमरत सासत जी। कर क्रिया खट कर्म करंता। से भगत भले जन नानक जी। जो पावह मेरे हर भगवंता। तू आद पुरख अपरंपर करता जी। तुद जे वड अवर ना कोई। तू जुग जुग एको सदा तू एको जी। तू नहचल करता सोई। तुद आपे भावै सोई वरतै जी। तू आपे करह सो होई। तुद आपे सृष्ट सब पाई जी। तुद आपे सिरज सब गोई। जन नानक गुण गावै करते के जी। जो सब सै का जानोई। तुद आपे सृष्ट सब उपाई जी। तुद आपे सिरज सब गोई। जन नानक गुण गावै करते के जी। जो सब सै का जान होई। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਸੋ ਪੁਰਖ ਵਾਲਾ ਸ਼ਬਦ ਸਰਵਣ ਕੀਤਾ ਹੈ, ਕਿਉਂਕਿ 5 ਸ਼ਬਦ ਸੋਦਰ ਦੇ ਸਿਰਲੇਖ ਹੇਠਾਂ ਆਉਂਦੇ ਹਨ। ਤਾਂ ਇੱਥੋਂ ਪਾਤਸ਼ਾਹ ਸੋ ਪੁਰਖ ਵਾਲੇ ਕਨਸੈਪਟ ਦੀ ਆਰੰਭਤਾ ਕਰਦੇ ਨੇ, ਕਿਉਂਕਿ ਇਸ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ਵਿਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। We have just listened to the 6th shabad that we read when we do Rehra Sahib da Path. This shabad comes under the title of
ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਆਓ let us try to understand what Pasha is explaining to us in this ਸ਼ਬਦ। ਆਓ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਤਾਂ ਮੈਂ ਦਾਅਵੇ ਨਾਲ ਕਹਿਣਾ ਹਾਂ ਕਿ ਜੇ ਅਸੀਂ ਇਸ ਸ਼ਬਦ ਨੂੰ ਧਿਆਨ ਨਾਲ ਸਮਝਾਂਗੇ ਕਿ ਪਾਤਸ਼ਾਹ ਸਾਨੂੰ ਕੀ ਸਮਝਾਉਣਾ ਚਾਹੁੰਦੇ ਹਨ, ਤਾਂ ਸਾਨੂੰ ਇੱਕ ਓੰਕਾਰ ਦਾ ਜਿਹੜਾ ਕਨਸੈਪਟ ਹੈ ਬਹੁਤ ਛੇਤੀ ਅਤੇ ਸੌਖਾ ਸਮਝ ਆ ਜਾਵੇਗਾ। If we understand this shabad, it will become very easy to grasp the concept of Ik Oankar in Gurbani. It will be very easy to clear up any misconceptions we have when it comes to the God in Guru Granth Sahib Ji. So Pasha ਕਹਿੰਦੇ ਨੇ ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਕਹਿੰਦੇ ਨੇ ਜਿਹੜਾ ਉਹ ਕੁਦਰਤ ਦਾ ਵਿਧਾਨ ਹੈ ਉਹ ਬਿਲਕੁਲ ਨਿਰਲੇਪ ਹੈ। ਉਹਨੇ ਤੁਹਾਡੀ ਸਹਾਇਤਾ ਕਰਨ ਵਾਸਤੇ ਆਪਣੇ ਆਪ ਨੂੰ ਬਦਲਣਾ ਨਹੀਂ, ਨਾ ਅਰਦਾਸਾਂ ਦੇ ਨਾਲ ਉਹਨੂੰ ਬਦਲ ਸਕਦੇ ਆ ਤੁਸੀਂ। ਯੂ ਕੈਨ ਨਾਟ ਡੂ ਅਰਦਾਸ ਇਨ ਫਰੰਟ ਆਫ ਦੈਟ ਸਿਸਟਮ ਐਂਡ ਐਕਸਪੈਕਟ ਇਟ ਟੂ ਚੇਂਜ ਫॉर ਯੂ। ਇੱਕ ਗੱਲ ਜ਼ਰੂਰ ਹੈ ਕਿ ਤੁਸੀਂ ਉਹਨੂੰ ਸਮਝ ਕੇ ਉਹਦੀ ਛਤਰ ਛਾਇਆ ਹੇਠ ਵਿੱਚ ਆ ਜਾਓ ਤਾਂ ਜ਼ਿੰਦਗੀ ਜੀਣ ਦਾ ਤੁਸੀਂ ਆਨੰਦ ਪ੍ਰਾਪਤ ਕਰ ਸਕਦੇ ਹੋ। ਤੇ ਦੂਸਰੇ ਪਾਸੇ ਜੇ ਤੁਸੀਂ ਪਿੱਠ ਦੇ ਦਿਓ ਉਸ ਕੁਦਰਤ ਦੇ ਵਿਧਾਨ ਨੂੰ ਤਾਂ ਤੁਹਾਨੂੰ ਸਜ਼ਾ ਵੀ ਭੁਗਤਣੀ ਪਵੇਗੀ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ, ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। Guru Pasha says that each and every being is following that system of nature. ਕਹਿੰਦੇ ਨੇ ਕੁਦਰਤ ਦਾ ਹਰੇਕ ਅੰਸ਼ ਉਸ ਨਿਯਮ ਦੇ ਮੁਤਾਬਕ ਜ਼ਿੰਦਗੀ ਨੂੰ ਜੀ ਰਿਹਾ ਹੈ। ਭਾਵ that law of nature is pervading in each and every being. ਉਹ ਕੁਦਰਤ ਦਾ ਵਿਧਾਨ ਹਰੇਕ ਜਰੇ ਜਰੇ ਵਿੱਚ ਵਸਦਾ ਹੈ, ਹਰੇਕ ਦੇ ਵਿੱਚ ਉਹਦਾ ਵਾਸਾ ਹੈ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ, ਸਭ ਜੀ ਤੁਮਾਰੇ ਜੀ, ਤੁਮ ਜੀਆਂ ਕਾ ਦਾਤਾਰਾ। Where do we go to when we need nourishment? Where do we look? We look towards that system of nature. ਕਹਿੰਦੇ ਨੇ ਜਦੋਂ ਬੰਦੇ ਨੂੰ ਜਾਂ ਜਦੋਂ ਬਾਕੀ ਜੀ ਜਨਤਾ ਨੂੰ ਵਸਤੂ ਦੀ ਲੋੜ ਹੋਵੇ ਤਾਂ ਉਹ ਕਿਸ ਚੀਜ਼ ਵੱਲ ਵੇਖਦੇ ਨੇ? ਉਹ ਵਿਧਾਨ ਵੱਲ ਵੇਖਦੇ ਨੇ। ਹਰੇਕ ਚੀਜ਼ ਜਿਹੜੀ ਸਾਡੇ ਕੋਲ ਵੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਕੁਦਰਤ ਵਿੱਚੋਂ ਪੈਦਾ ਹੋਈ। Each and everything owes its roots back to somewhere in nature. Whether it be our phones, whether it be our computers, obviously whether it be the food we eat, the clothes we wear, each and everything came from somewhere in nature. ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਤੇ ਨਾਲੇ ਵੀ ਕਹਿ ਦਿੱਤਾ ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। ਇੱਕ ਪਾਸੇ ਕਹਿੰਦੇ ਨੇ ਵੀ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਯਾਨੀ ਕਿ ਅਰਥ ਹੋਰ ਨੇ, ਹਨਾ। ਧਿਆਉਣ ਦੇ ਅਰਥ ਵੀ ਵੱਖਰੇ ਨੇ। ਪਹਿਲੋਂ ਜਦੋਂ ਧਿਆਇਆ ਸ਼ਬਦ ਆਇਆ ਵੀ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਇਹਦੇ ਅਰਥ ਇਹ ਸੀ ਵੀ ਹਰੇਕ ਦੇ ਵਿੱਚ ਉਹ ਵਸਦਾ ਹੈ। ਵੀ that system of nature is in each and every being. And in the next ਸ਼ਬਦ Guru Pasha says ਵੀ ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ। If you want to live a successful life, the first step that you should take is say that you will follow that system of nature, that you will go according to that system of nature. ਕਹਿੰਦੇ ਜੇ ਬੰਦਾ ਸਫਲਤਾ ਹਾਸਲ ਕਰਨੀ ਚਾਹੁੰਦਾ ਹੈ ਨਾ, ਤਾਂ ਪਹਿਲਾ ਉਹਦਾ ਕਦਮ ਇਹ ਹੋਣਾ ਚਾਹੀਦਾ ਹੈ ਕਿ ਮੈਂ ਆਪਣੇ ਆਪ ਨੂੰ ਉਸ ਕੁਦਰਤ ਦੇ ਵਿਧਾਨ ਦੇ ਵਿੱਚ ਬੰਨਾ, ਮੈਂ ਉਹਦੇ ਮੁਤਾਬਕ ਚੱਲਣਾ ਚਾਹੁੰਦਾ। ਹਰ ਧਿਆਵਹੁ ਸੰਤੋ ਜੀ, ਸਭ ਦੁੱਖ ਵਿਸਾਰਨਹਾਰਾ, ਹਰਿ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤਾਂ ਇੱਥੇ ਪਾਤਸ਼ਾਹ ਕਹਿੰਦੇ ਨੇ ਵੀ ਦਿਸਦਾ ਅਣਦਿਸਦਾ ਸਾਰਾ ਇੱਕ ਦਾ ਪਸਾਰਾ ਹੈ ਯਾਰ। The invisible form of the system of nature and the manifest form of the creation is the same entity. ਵੀ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਨ। ਵੀ ਬਾਰ-ਬਾਰ ਗੁਰੂ ਪਾਤਸ਼ਾਹ ਇਸ ਨੁਕਤੇ ਵੱਲ ਸਾਡਾ ਧਿਆਨ ਦਿਵਾਉਣ। ਇੱਕ ਦੇ ਵਿੱਚ ਉਹਦਾ ਵਾਸਾ ਹੈ। In each and every individual that system of nature resides. Now why does Guru Pasha repeat this theme throughout Gurbani? In this shabad it is repeated many times. Why? Because they want to take our attention to that fact that you have a responsibility to fulfill as a human being. ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ, ਇੱਕੋ ਹੀ ਆ ਦਿਸਦਾ ਅਣਦਿਸਦਾ। ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। If someone understands that system, fulfills his responsibilities and becomes successful in life, and others do not understand that system,
turn their back on that law of nature and they have to reap the consequences. ਕਹਿੰਦੇ ਕੋਈ ਉਹਨਾਂ ਨਿਯਮਾਂ ਨੂੰ ਸਮਝ ਕੇ ਉੱਚੀ ਅਵਸਥਾ ਤੇ ਉੱਚੀ ਥਾਂ ਤੇ ਪਹੁੰਚ ਜਾਂਦਾ ਹੈ ਤਾਂ ਕਈ ਉਹਨਾਂ ਨਿਯਮਾਂ ਨੂੰ ਪਿੱਠ ਦੇ ਕੇ ਨੀਵੇਂ ਲੈਵਲ ਤੇ ਜ਼ਿੰਦਗੀ ਜੀਣ ਲੱਗ ਪੈਂਦੇ ਹਨ। ਇੱਕ ਦਾਤੇ ਇੱਕ ਭਿਖਾਰੀ ਜੀ ਤੇ ਨਾਲੇ ਵੀ ਕਹਤਾ ਸਭ ਤੇਰੇ ਚੋਜ ਵਡਾਣਾ, ਵੀ ਸਾਰਾ ਕੁਝ ਤੇਰੇ ਅੰਦਰ ਚੱਲਦਾ ਹੈ, ਸਾਰਾ ਕੁਝ ਕੁਦਰਤ ਦੇ ਵਿਧਾਨ ਦੇ ਅੰਦਰ ਚੱਲਦਾ ਹੈ। Everything is happening according to that system. We have freedom of choice, free will. But what is controlling each and every individual? That law of nature. ਤੇ ਨਾਲੇ ਵੀ ਕਹਤਾ ਵੀ ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। Guru Pasha again and again in this Shabad tries to explain to us, each and everything that you see can trace its roots back to that system of nature. Tu ape data, you are the giver, ape bhugta ji, and you yourself enjoy those very same gifts. Meaning that what we gain is through that system of nature, and that system of nature is within us, and when we enjoy those gifts, it is like that system of nature is reaping its own gifts at the same time. Symbolically, you can say that Guru Pasha is trying to explain to us that you are also a part of that creation. यानी बार बार गुरबाणी विच एक गल क्यों दृढ़ाई गई भी तू आपे दाता आपे भुगता जी, हाँ तिस बिन अवर ना जाना, भी किते ना किते जाके वो दाता भी दिंदा है। ਉਹ ਵਿਧਾਨ ਸਾਡੇ ਅੰਦਰ ਹੈ। ਜਦੋਂ ਅਸੀਂ ਉਹਨਾਂ ਦਾਤਾਂ ਨੂੰ ਇੰਜੋਏ ਕਰਦੇ ਹਾਂ, ਜਦੋਂ ਅਸੀਂ ਉਹਨਾਂ ਦਾਤਾਂ ਨੂੰ ਵਰਤਦੇ ਹਾਂ ਤਾਂ ਅਸੀਂ ਆਪ ਭੋਗ ਰਹੇ ਹਾਂ, ਉਹ ਆਪ ਆਣ ਕੇ ਭੋਗ ਰਿਹਾ ਹੈ। ਯਾਨੀ ਕਿ ਸਾਨੂੰ ਇਹ ਸਮਝਾਉਣਾ ਚਾਹੁੰਦੇ ਸਨ ਵੀ ਕਿਤੇ ਜਾਣ ਦੀ ਤੈਨੂੰ ਲੋੜ ਨਹੀਂ, ਉਹ ਤੇਰੇ ਵਿੱਚ ਹੈ। ਤੂੰ ਜ਼ਿੰਮੇਵਾਰੀਆਂ ਪਛਾਣਨ ਦੇ ਰਾਹ ਤੇ ਤੁਰ ਪਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤਿਸ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। That system is limitless. No one can put an end to it. ਕਹਿੰਦੇ ਕੋਈ ਜਾਣਾ ਉਹਦਾ ਅੰਤ ਨਹੀਂ ਪਾ ਸਕਦਾ। ਪਰ ਨਾਲੇ ਵੀ ਕਹਿਤਾ ਵੀ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ। No one can put a limit on it, but the ones who understand that system, the ones who live a life full of virtues, ਜਿਹੜੇ ਉਹਨਾਂ ਨੂੰ ਸਮਝਦੇ ਆ, ਜਿਹੜੇ ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਗੁਣ ਧਾਰਨ ਵਾਲੇ ਰਾਹ ਤੇ ਤੁਰ ਪੈਂਦੇ ਆ ਨਾ, ਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੀ ਸਦਾ ਉਹਨਾਂ ਦੇ ਅੱਗੇ ਸਲਾਮ ਹੈ। The ones who understand their own potential, the ones who understand their own responsibilities, Guru Pasha says, I bow in reverence in front of those people. ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ, ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਂਸੀ। Why is this same theme repeated again and again in this Shabad? ਕਿਤੇ ਸੋਚ ਕੇ ਦੇਖਿਆ ਆਪਾਂ ਵੀ ਕਿਉਂ ਬਾਰ-ਬਾਰ ਗੁਰੂ ਪਾਤਸ਼ਾਹ ਇਹ ਨੁਕਤੇ ਨੂੰ ਦ੍ਰਿੜਾ ਰਹੇ ਨੇ। ਇਸ ਸ਼ਬਦ ਦੇ ਵਿੱਚ ਕਿੰਨੀ ਵਾਰ ਦ੍ਰਿੜਾਇਆ। ਜਿਹੜਾ ਸਮਝਦਾ ਆ ਉਹ ਸਫਲਤਾ ਹਾਸਲ ਕਰਦਾ। The one who understands gains success in life. ਤਾਂ ਜਿਹੜੇ ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਦੇ ਆ ਉਹ ਵਿਕਾਰਾਂ ਤੋਂ ਮੁਕਤ ਹੁੰਦੇ ਜਾਂਦੇ ਆ, ਕਰਮ ਕਾਂਡਾਂ ਤੋਂ ਮੁਕਤ ਹੁੰਦੇ ਜਾਂਦੇ ਆ, ਪੁਜਾਰੀ ਢਾਂਚੇ ਤੋਂ ਮੁਕਤ ਹੁੰਦੇ ਜਾਂਦੇ ਆ। And the ones who gain wisdom in their life, they are the ones who become liberated from the 5 vices. They are the ones who become liberated from superstitions. They are the ones whose mind becomes free of all these rituals in the name of religion. They are the ones who know that I have a straight connection with my Creator. So what can I do? I fulfill my responsibility. ਉਹਨਾਂ ਨੂੰ ਫਿਰ ਪਤਾ ਲੱਗ ਜਾਂਦਾ ਕਿਤੇ ਜਾਣ ਦੀ ਲੋੜ ਨਹੀਂ ਭਾਈ, ਸਿੱਧਾ ਮੇਰਾ ਨਾਤਾ ਉਸ ਇੱਕ ਓੰਕਾਰ ਦੇ ਨਾਲ ਜੁੜਿਆ ਵਾ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਜਿਹਦੇ ਬਾਰੇ ਕਹਿੰਦੇ ਨੇ ਸਾਹਿਬ ਮੇਰਾ ਇੱਕੋ ਹੈ ਭਾਈ ਇੱਕੋ ਹੈ, ਕਿਤੇ ਜਾਣ ਦੀ ਕੋਈ ਲੋੜ ਨਹੀਂ, ਪੁਜਾਰੀਆਂ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ, ਕਿਸੇ ਬਾਬੇ ਦੇ ਕੋਲ ਜਾਣ ਦੀ ਕੋਈ ਲੋੜ ਨਹੀਂ, ਮੇਰਾ ਸਿੱਧਾ ਕਨੈਕਸ਼ਨ ਉਹਦੇ ਨਾਲ ਹੈ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਂਸੀ। ਵਿਕਾਰਾਂ ਦੀ ਉਹ ਮੈਲ ਲਿਥ ਜਾਂਦੀ ਹੈ। ਵਿਕਾਰਾਂ ਦੀ ਸੰਗਤ ਤੋਂ ਬੰਦਾ ਉੱਪਰ ਉੱਠ ਕੇ ਆਪਣੇ ਫੈਸਲੇ ਆਪ ਲੈਣ ਲੱਗ ਪੈਂਦਾ ਹੈ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਂਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। And the ones who understand that system,
The ones who understand that system does not fear anyone. Why? Because it is complete in and of itself. If we bring this concept in our life that we are complete individuals, we will not be scared of anyone. Then standing in the bricks of Sarhand will not seem like it is impossible for us to do. Why? Because we can gain teachings. Right? We, the Sahibzade, were steadfast in the face of fear. Today, I have different challenges. Today, those bricks of Sarhand will be in a different form. But how can I stand smiling like they did? How do we gain that? By understanding that system. ਕਹਿੰਦੇ ਨੇ ਜਿਨ੍ਹਾਂ ਨੇ ਉਸ ਵਿਧਾਨ ਨੂੰ ਸਮਝਿਆ ਹੈ, ਉਹਨਾਂ ਨੂੰ ਪਤਾ ਲੱਗ ਪੈਂਦਾ ਕਿ ਉਹ ਆਪਣੇ ਆਪ ਦੇ ਵਿੱਚ ਕੰਪਲੀਟ ਹੈ। ਤੇ ਜਦੋਂ ਉਹ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਦੇ ਨੇ, ਨਹੀਂ ਭਾਈ, ਕੋਈ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਮੈਂ ਨੀਵੀਂ ਜਾਤ ਦੇ ਨਾਲ ਸੰਬੰਧ ਰੱਖਦਾ? ਕੋਈ ਕੌਣ ਹੁੰਦਾ ਮੈਨੂੰ ਕਹਿਣ ਵਾਲਾ ਮੈਨੂੰ ਬੋਲਣ ਦਾ ਹੱਕ ਨਹੀਂ? ਮੈਂ ਆਪਣੇ ਆਪ ਦੇ ਵਿੱਚ ਕੰਪਲੀਟ ਹਾਂ ਯਾਰ। ਮੈਂ ਕਹਾਂਗਾ ਵੀ ਜੋ ਤੋਂ ਬਾਹਮਣ ਬਾਹਮਣੀ ਜਾਇਆ ਤੋਂ ਆਨ ਵਾਟ ਕਾਹੇ ਨਹੀਂ ਆਇਆ। ਵਜ਼ੀਰ ਖਾਨ ਦੀ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਾਂਗੇ। ਉਹ ਜਜ਼ਬਾ ਕਿੱਥੋਂ ਆਇਆ? ਉਹ ਜੁਰਤ ਕਿੱਥੋਂ ਆਈ? ਇੱਥੋਂ ਆਈ, ਇੱਥੋਂ ਆਈ, ਇੱਥੋਂ ਆਈ। ਮੈਨੂੰ ਪਤਾ ਮੇਰਾ ਸਿੱਧਾ ਰਿਸ਼ਤਾ ਉਸ ਮਾਲਕ ਦੇ ਨਾਲ ਹੈ, ਮੇਰਾ ਸਿੱਧਾ ਰਿਸ਼ਤਾ ਉਸ ਸਿਸਟਮ ਦੇ ਨਾਲ ਹੈ। मैं अपने आप दे विच कंप्लीट हाँ। जिन निरभौ, जिन हर निरभौ ते आया जी, तिनका भौ सब गवासी। जिन सेव्या मेरा हर जी, ते हर हर रूप समासी। जिन्हां ने समझिया वो हरि दा रूप बन गए, भाव उन्हां दे चेहरे ते वखरा नूर जपन लग पिया। The ones who understood, they became complete in and of themselves. They understood that we are a part of the creation. गुर कृपा जह नरको कीनी, ते एह जुगत पछानी, नानक लीन भयो गोबिंद सिंह, ज्यों पानी संग पानी। जिन सेव्या मेरा हर जी, ते हर हर रूप समस। से धन जिन हर त्याया जी, जन नानक तिन बल जासी। फिर भी गुरु पातशाह कहते ने जिन्हां ने समझिया मैं उन्हां तो बलहारे जाना। With the ones who understand, I bow in front of those individuals. कहते ने तेरी भगत भंडार जी, भरे बेअंत बेअंता। भी जेड़ी तुहाडी भगती करदे आ, with the ones who are devoted to understanding that system, the ones who are devoted, idda keh lo, the ones who are devoted to living a life full of wisdom, full of light. I do not want to live in the dark anymore. I do not want to be ignorant anymore. तेरी भगत भंडार, जेड़े कहंदे ना भी मैं अज्ञानता दे हनेरे विच नहीं रहना चाहना, हुण मैं ज्ञान अपनी जिंदगी विच धारण करना चाहना, मैं गुण जिंदगी विच लागू करना चाहना वा। पातशाह कहंदे भी तेरी भगत भंडार जी, भंडारा उन्हां दे अंदर फिर भरदा है। भरे बेअंत, कोई अंत नहीं पाया जा सकता। There is not an end to wisdom. There is no end to how many virtues you can bring in your life. तेरे भगत सलाहन जी, हर अनक अनेक अनंत। ते जेड़े उस नुकते नूं फड़ लेंदे ना, वो फिर वो गुणा वाले राह ते तुर पैंदे ने। And the true devotees who are devoted to understanding that wisdom, when this concept clicks in their mind, they begin to gain in understanding day by day. तेरे भगत सलाहन तुझ जी, हर अनक अनेक अनंता। तेरी अनख करें हर पूजा जी, तप तप है जपे बेअंता। There are so many people that do not try to gain an understanding of that system, but they do different forms of worship. The aartiyan, they bow their heads to specific religious places. ਕਹਿੰਦੇ ਬਥੇਰੇ ਹਨ ਜਿਹੜੇ ਉਹਨਾਂ ਨਿਯਮਾਂ ਨੂੰ ਸਮਝਣ ਦੀ ਬਜਾਏ ਹੋਰ ਬਹੁਤ ਕਰਮਕਾਂਡ ਧਰਮ ਦੇ ਨਾਮ ਤੇ ਕਰਦੇ ਆ। ਉਹ ਉੱਥੇ ਚੱਲ ਗਏ, ਉਸ ਤੀਰਥ ਵਿੱਚ ਇਸ਼ਨਾਨ ਕਰ ਲਿਆ, ਉਸ ਸਰੋਵਰ ਵਿੱਚ ਇਸ਼ਨਾਨ ਕਰ ਲਿਆ, ਪੂਜਾ ਕਰ ਲਈ, ਆਰਤੀਆਂ ਕਰ ਲੀਆਂ, ਕਿਤੇ ਬੱਕਰੇ ਝਟਕਾ ਦਿੱਤੇ, ਕਿਤੇ ਮਾਲਾ ਫੜ ਕੇ ਬਹਿ ਗਏ। तेरी अनक कर है हर पूजा जी, तप तप है जपै बेअंता। तेरे अनेक पढ़े बहु सिमरत शास्त्र जी, कर क्रिया खट कर्म करंता। तरह दे धर्म के नाम ते पखंड करने शुरू कर दिते। They practiced hypocrisy in the name of religion, thinking that would get them closer to God. Guru Pasha says no. से भगत भले जन नानक जी, जो भावें मेरे हर भगवंता। The ones who say that we are a part of that system, the ones who say that we want to live according to that system, forget about all these rituals in the name of religion. ਜਦੋਂ ਹਨਾ ਭਗਤ ਨਾਮਦੇਵ ਜੀ ਵਰਗੇ ਕਹਿੰਦੇ ਨਾ ਧਰਮ ਦੇ ਨਾਮ ਤੇ ਕਰਮਕਾਂਡ ਬੜੇ ਲੋਕ ਕਰਦੇ ਆ, ਪਰ ਮੈਂ ਪਿੱਠ ਦੇ ਚੁੱਕਾ।
ਦੇਵੀ ਦੇਵਤੇ ਬਹੁਤ ਪੂਜਦੇ ਆ, ਮੈਂ ਪਿੱਠ ਦੇ ਚੁੱਕਾ ਹਾਂ। ਦੇਵੀ ਦੇਵਾ ਪੂਜੇ ਹੈ ਡੁੱਲ ਹੈ, ਪਾਰ ਬ੍ਰਹਮ ਨਹੀਂ ਜਾਣਾ। ਭਗਤ ਕਬੀਰ ਜੀ ਵਰਗੇ ਜਦੋਂ ਕਹਿੰਦੇ ਨਾ ਵੀ ਕਹੇ ਕਬੀਰ ਅਕੁਲ ਨਹੀਂ ਚਿੱਤਿਆ, ਵਿਖਿਆ ਸਿਉ ਲਪਟਾਨਾ। ਜਦੋਂ ਭਗਤ ਨਾਮਦੇਵ ਵਰਗੇ ਕਹਿੰਦੇ ਨਾ ਵੀ ਹਾਂ ਤੋਂ ਏਕ ਰਮਈਆ ਲੈ, ਹਾਂ ਮੈਨੂੰ ਉਸ ਸਿਸਟਮ ਚਾਹੀਦਾ, ਮੈਨੂੰ ਉਸ ਸਿਸਟਮ ਦੀ ਸਮਝ ਚਾਹੀਦੀ ਹੈ। ਆਨ ਦੇਵ ਬਦਲਾਵਨ ਦੇ ਹੋ, ਬਾਕੀ ਸਾਰੇ ਦੇਵੀ ਦੇਵਤੇ, ਬਾਕੀ ਸਾਰੇ ਧਰਮ ਦੇ ਨਾਮ ਤੇ ਕਰਮ ਕਾਂਡ ਮੈਂ ਦੇਣ ਲਈ ਤਿਆਰ ਹਾਂ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਫਿਰ ਪਾਤਸ਼ਾਹ ਕਹਿੰਦੇ ਨੇ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ, ਤੂੰ ਜੁਗ ਜੁਗ ਇੱਕੋ, that system doesn't change, ਤੂੰ ਉਹ ਬਦਲਦਾ ਨਹੀਂ, ਤੂੰ ਜੁਗ ਜੁਗ ਇੱਕੋ, ਸਦਾ ਸਦਾ ਤੂੰ ਇੱਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੇ, everything is happening according to that system, ਸਾਰਾ ਕੁਝ ਉਹਦੇ ਮੁਤਾਬਕ ਚੱਲ ਰਿਹਾ। ਤੁਧ ਆਪੇ ਭਾਵੇ ਸੋਈ ਵਰਤੇ ਜੀ, ਤੁਧ ਆਪੇ ਕਰਹਿ ਸੋਹੀ, ਵੀ everything is happening according to that system, ਸਾਰਾ ਕੁਝ ਨਿਯਮਾਂ ਦੇ ਮੁਤਾਬਕ ਚੱਲ ਰਿਹਾ ਹੈ। ਤੁਧ ਆਪੇ ਭਾਵੇ ਸੋਈ ਵਰਤੇ ਜੀ, ਤੁਧ ਆਪੇ ਕਰੇ ਸੋਹੀ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। When the world was created, it was created because that system of nature, all the elements, all the conditions clicked for this world, for the galaxies, for the universe to come into existence. ਕਹਿੰਦੇ ਜੇ ਸ੍ਰਿਸ਼ਟੀ ਦੀ ਸਿਰਜਣਾ ਹੋਈ ਕਿਸੇ ਰੱਬ ਨੇ ਨਹੀਂ ਸਾਜੀ, no God, no Mr. God created the world, that creation happened according to that system of nature. ਕਹਿੰਦੇ ਰੱਬ ਨੇ ਨਹੀਂ ਧਰਤੀ ਨੂੰ ਸਾਜਿਆ, ਜੇ ਧਰਤੀ ਹੋਂਦ ਵਿੱਚ ਆਈ, ਜੇ ਪਦਾਇਸ਼ ਹੋਣ ਲੱਗੀ, ਜੇ ਜੀ ਜੰਤੂ ਇਸ ਧਰਤੀ ਤੇ ਪੈਦਾ ਹੋਏ, ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ? ਕ੍ਰੈਡਿਟ ਕਿਹਨੂੰ ਅਸੀਂ ਦੇਣਾ ਚਾਹੀਏ? ਕ੍ਰੈਡਿਟ ਕਿਹਨੂੰ ਦਈਏ? ਸਮਝਣ ਦੀ ਕੋਸ਼ਿਸ਼ ਕਿਹਨੂੰ ਕਰੀਏ? ਰੱਬ ਨੂੰ ਪੂਜੀਏ? ਨਹੀਂ, ਉਹਨਾਂ ਨਿਯਮਾਂ ਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰੀਏ। ਤੁਧ ਆਪੇ ਭਾਵੇ ਸੋਈ ਵਰਤੇ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸਹਿ ਕਾਜ ਹੋਈ। ਗੁਰੂ ਪਾਤਸ਼ਾਹ says that try to gain an understanding, try to gain those virtues within that system of nature. ਕਹਿੰਦੇ ਧਰਮ ਦੇ ਨਾਮ ਤੇ ਬਹੁਤ ਕਰਮ ਕਾਂਡ ਕਰ ਲਏ, ਪੁਜਾਰੀਆਂ ਦੇ ਕੋਲ ਬਹੁਤ ਗਏ, ਅਰਦਾਸਾਂ ਬਹੁਤ ਕੀਤੀਆਂ। ਆਓ ਉਹਨਾਂ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਗੁਣ ਧਾਰਨ ਕਰਕੇ, ਗਿਆਨ ਹਾਸਲ ਕਰਕੇ ਜ਼ਿੰਦਗੀ ਜੀ ਕੇ ਵਿਖਾਈਏ। ਆਓ let us read ਗੁਰਬਾਣੀ, let us understand ਗੁਰਬਾਣੀ, let us bring ਗੁਰਬਾਣੀ into our daily lives so that we may live a life full of confidence, a life full of freedom, like our Guru Pasha, like our forefathers lived before us. ਆਓ ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ, ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ ਲਏ ਸਨ। ਇਹ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਰਾਹੀਂ ਕਿ ਅੱਜ ਦੀ ਡੇਟ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ, ਜਿਵੇਂ ਕਿ ਸਾਡਿਆਂ ਗੁਰੂ ਸਾਹਿਬਾਨਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।